ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚ ਤੇ ਝੂਠ ਦਾ ਵਿਵਾਦ ਧਾਰਮਿਕ ਨਾਵਲ। ਅੱਜ ਦਿਨ ਸ਼ੁੱਕਰਵਾਰ 10 ਦਸੰਬਰ 2021, ਦੂਜੀ ਕਿਸ਼ਤ। ਕੂੜੇ ਦਾ ਪਿੰਡ ਵਕਾਰ ਨਗਰ, ਮੁਹੱਲਾ ਨਿਰਪੱਗ ਹੈ। ਵਕਾਰ ਨਕੰਮਾਪਨ, ਨਿਰਪੱਗ ਪੈਰਾਂ ਤੋਂ ਰਹਿਤ, ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ। ਕੂੜਾ ਆ ਰਿਹਾ ਸੀ ਤੇ ਬਹੁਤ ਹੀ ਲੁੱਡੀ ਪਾਉਂਦਾ ਆ ਰਿਹਾ ਸੀ। ਰਸਤੇ ਵਿੱਚ ਉਸ ਦੇ ਪੁੱਤਰ ਲਾਲਚ ਤੇ ਘਪਲਾ ਮਿਲ ਪਏ। ਉਹਨਾਂ ਨੇ ਪੁੱਛਿਆ, ਡੈਡੀਆ ਕਿੱਥੇ ਚੱਲਿਆ? ਕੂੜੇ ਨੂੰ ਪੁੱਤਰਾਂ ਨਾਲ ਮਿਲ ਕੇ ਹੋਰ ਵੀ ਪ੍ਰਸੰਨਤਾ ਮਿਲੀ ਤੇ ਪੁੱਤਰਾਂ ਨੂੰ ਨਾਲ ਲੈ ਕੇ ਝੂਠ ਵੱਲ ਤੁਰਿਆ। ਤਿੰਨੇ ਲੁੱਡੀਆਂ ਪਾਉਂਦੇ, ਕੱਚਾਂ ਵੱਢਦੇ ਜਾ ਰਹੇ ਸਨ। ਕੋਈ ਰੱਖਦਾ, ਕੋਈ ਚੱਕਦਾ, ਕਿਤੇ ਚੜ੍ਹਦੇ, ਕਿਤੇ ਉਤਰਦੇ, ਪੂਰੇ ਨਸ਼ੇ ਦੇ ਲੋਰ ਵਿੱਚ ਝੂਮਦੇ ਝੂਮਦੇ ਜਾ ਪਹੁੰਚੇ ਝੂਠ ਦੇ ਘਰ। ਅੱਗਿਓਂ ਝੂਠ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਤਿੰਨਾਂ ਨੂੰ ਦੇਖ ਕੇ ਖੁਸ਼ ਹੋਇਆ, ਜੀ ਆਇਆਂ ਨੂੰ ਕਿਹਾ, ਆਖਿਆ। ਚਾਹ ਪਾਣੀ ਪੁੱਛਣ ਤੋਂ ਸਾਰੇ ਬੈਠ ਗਏ। ਬੈਠਦਿਆਂ ਸਾਰ ਹੀ ਕੂੜੇ ਨੇ ਸੱਦਣ ਦਾ ਕਾਰਨ ਪੁੱਛਿਆ ਤਾਂ ਝੂਠ ਨੇ ਇਉਂ ਦੱਸਣਾ ਸ਼ੁਰੂ ਕੀਤਾ। ਵੱਡੇ ਭਾਈ ਕੂੜੇ ਸ਼ਾਹ, ਤੈਨੂੰ ਕੀ ਦੱਸਾਂ, ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ। ਚਿੱਤ ਕਰਦਾ ਚੱਪਣੀ 'ਚ ਨੱਕ ਡੁਬੋ ਕੇ ਮਰ ਜਾਵਾਂ, ਪਰ ਕੀ ਕੀਤਾ ਜਾਵੇ, ਏਡੀ ਵੱਡੀ ਚੱਪਣੀ ਵੀ ਨਹੀਂ ਲੱਭਦੀ ਜਿਸ ਵਿੱਚ ਨੱਕ ਡੁੱਬ ਜਾਵੇ ਤੇ ਮੈਂ ਮਰ ਜਾਵਾਂ। ਇੰਨੀ ਕਹਿ ਕੇ ਤਾਂ ਹੀ ਰੋਣ ਲੱਗ ਪਿਆ। ਝੂਠ ਬਹੁਤ ਹੀ ਚਾਲਬਾਜ਼ ਸੀ। ਉਸ ਨੇ ਇਹਨਾਂ ਸਾਰਿਆਂ ਨੂੰ ਜੋਸ਼ ਵਿੱਚ ਲਿਆਉਣ ਲਈ ਰੋਣ ਵਾਲਾ ਕਾਰਾ ਕੀਤਾ ਸੀ। ਸੋ ਇਸ ਦੀ ਚਾਲ ਚੱਲ ਗਈ। ਕੂੜਾ, ਲਾਲਚ, ਘਪਲਾ, ਇਹ ਸਾਰੇ ਦੇ ਸਾਰੇ ਹੀ ਇਸ ਦਾ ਦੁੱਖ ਸੁਣਨ ਲਈ ਉਤਾਵਲੇ ਕਾਲੇ ਹੋ ਗਏ। ਦੱਸ ਦੱਸ, ਅਸੀਂ ਤੇਰੇ ਨਾਲ ਹਾਂ, ਤੇਰੇ ਹਾਂ, ਦੱਸ। ਤਾਂ ਝੂਠ ਕਹਿਣ ਲੱਗਾ, ਸੁਣੋ ਵੀਰੋ, ਮੈਨੂੰ ਤੁਹਾਡਾ ਹੀ ਆਸਰਾ ਹੈ। ਜੇ ਮੇਰੇ ਜ਼ਖਮਾਂ 'ਤੇ ਮਲਮ ਲਾਉਣ ਆਏ ਹੋ ਤਾਂ ਸੁਣੋ ਵੀਰੋ, ਸਾਰੀ ਗੱਲ ਇੰਜ ਹੋਈ ਹੈ। ਇੱਕ ਦਿਨ ਮੈਂ ਦੇਖਿਆ ਕਿਸੇ ਸਟੇਜ ਉੱਤੇ ਕੋਈ ਨੇਤਾ ਭਾਸ਼ਣ ਸੱਚ ਦੇ ਬਾਰੇ ਦੇ ਰਿਹਾ ਸੀ ਤੇ ਮੇਰੇ ਕੋਲੋਂ ਸਹਿਣ ਨਾ ਕਰ ਹੋਇਆ। ਮੈਂ ਕਿਹਾ, ਰਾਜ ਮੇਰੇ ਦੋਸਤ ਕੂੜੇ ਮੱਲ ਦਾ ਹੋਵੇ ਤੇ ਪ੍ਰਚਾਰ ਮੇਰੇ ਦੁਸ਼ਮਣ ਦਾ ਹੋਵੇ, ਇਹ ਕਿਸ ਤਰ੍ਹਾਂ ਸਹਿਣ ਕੀਤਾ ਜਾਵੇ। ਮੈਂ ਸੋਚਿਆ, ਪਤਾ ਕਰਦਾ ਹਾਂ। ਗਲਤੀ ਮੇਰੇ ਤੋਂ ਇਹ ਹੋਈ ਕਿ ਮੈਂ ਜੋਸ਼ ਵਿੱਚ ਆਇਆ, ਇਕੱਲਾ ਹੀ ਚਲਾ ਗਿਆ। ਤਾਂ ਪਤਾ ਕੀ ਹੋਇਆ? ਇਕੱਲਾ ਹੀ ਚਲਾ ਗਿਆ ਤਾਂ ਪਤਾ ਕੀ ਹੋਇਆ? ਉਹ ਵੀ ਉੱਥੇ ਆਇਆ ਬੈਠਾ ਸੀ। ਜਿਉਂ ਹੀ ਉਸ ਨੇ ਮੈਨੂੰ ਦੇਖਿਆ ਤਾਂ ਝਪਟ ਕੇ ਮੈਨੂੰ ਗਿੱਚੀਓਂ ਫੜ ਲਿਆ। ਮੇਰੇ ਸਿਰ ਨੂੰ ਮਰੋੜ ਕੇ ਧਰਤੀ ਨਾਲ ਲਾ ਕੇ ਮੇਰੇ ਢੂੰਗਰ 'ਤੇ ਬੈਠ ਗਿਆ, ਜਿਵੇਂ ਕੋਈ ਅਸਲੀ ਮਹਾਂਪੁਰਸ਼ ਮੇਰੇ ਨਾਲ ਕਰਦਾ ਹੈ। ਮੈਂ ਝਾਂਗਰਾਂ ਮਾਰੀਆਂ, ਮੇਰੇ ਡੇਲੇ ਬਾਹਰ ਆਉਣ ਲੱਗੇ। ਮੈਂ ਮਰਨ ਤੁੱਲ ਹੋ ਗਿਆ। ਮੈਂ ਮਿੰਨਤਾਂ ਕੀਤੀਆਂ, ਮੇਰੀ ਕੋਈ ਨਾ ਸੁਣੇ। ਮੈਨੂੰ ਕਿਹਾ ਕਿ ਤੈਨੂੰ ਜਿੰਦਾ ਨਹੀਂ ਛੱਡਣਾ। ਮੇਰੀਆਂ ਝਾਂਗਰਾਂ ਸੁਣ ਕੇ ਮੇਰੇ ਪੁੱਤਰ ਹੇਰੂ ਤੇ ਫੇਰੂ, ਹੇਰਾ ਫੇਰੀ ਦੋਵੇਂ ਨੱਠੇ ਆਏ ਤੇ ਮੈਨੂੰ ਉਸ ਤੋਂ ਛਡਾਇਆ। ਅਸੀਂ ਉੱਥੋਂ ਨੱਠਣ ਦੀ ਕੀਤੀ। ਸੋਚਿਆ, ਸਮਾਂ ਆਉਣ 'ਤੇ ਬਦਲਾ ਲਵਾਂਗੇ। ਇਹ ਸਮਝ ਨਹੀਂ ਆਈ ਕਿ ਗਿੱਚੀਓਂ ਫੜ ਕੇ ਕਿਹੜਾ ਨੇਤਾ ਢੂੰਗਰ 'ਤੇ ਬੈਠਾ ਸੀ। ਉਸ ਨੇਤਾ ਦੀ ਐਸੀ ਦੀ ਤੈਸੀ ਉਸ ਨੇ ਇਹ ਕੀਤਾ। ਮੈਂ ਭੇਜਦਾ ਹੈ ਆਪਣੇ ਪੁੱਤਰ ਲਾਲਚ ਨੂੰ, ਜਾ ਕੇ ਕਰਦਾ ਗੱਲ ਉਸ ਦੇ ਨਾਲ, ਉਸ ਨੂੰ ਦਵਾਉਣਾ ਰਿਸ਼ਵਤ। ਫਿਰ ਘੱਲੂੰਗਾ ਆਪਣੇ ਪੁੱਤਰ ਘਪਲੇ ਨੂੰ ਤੇ ਉਹ ਕਰੂਗਾ ਘਪਲੇ ਤੇ ਘਟਾਲੇ।
ਫਿਰ ਜਾਊਗਾ ਸਿੱਖਾਂ ਦੇ ਪਿੱਛੇ ਜੇਲ੍ਹ ਵਿੱਚ। ਚੱਲ ਓਏ ਲਾਲਚ, ਤਿਆਰ ਹੋ ਜਾ ਓਏ ਘੁਟਾਲਿਆ। ਸਾਡੇ ਲੰਗੋਟੀਏ ਯਾਰ ਨਾਲ ਏਡੀ ਵੱਡੀ ਬੇਨਿਆਈ। ਅਸੀਂ ਤਾਂ ਸੱਚ ਤੇ ਸੱਚ ਦੇ ਸਾਥੀਆਂ ਦੀਆਂ ਫੱਟੀਆਂ ਉਖਾੜ ਦਿਆਂਗੇ, ਪਿੰਜਰੇ ਵਿੱਚ ਕਰ ਦਿਆਂਗੇ ਬੰਦ। ਉਹ ਕੀ ਜਾਣੂ ਕਿ ਝੂਠ ਦਾ ਕੋਈ ਸਹਾਇਕ ਵੀ ਹੈ। ਨਹੀਂ, ਸੁਣੋ ਤੇ ਸਹੀ, ਮੈਂ ਬਦਲਾ ਲੈ ਲਿਆ। ਸੁਣੋ। ਸਾਰੇ ਜਣੇ ਬੈਠ ਕੇ ਸੁਣਨ ਲਈ ਉਤਾਵਲੇ ਹੋ ਕੇ ਝੂਠ ਵੱਲ ਵੇਖਣ ਲੱਗੇ ਤਾਂ ਝੂਠ ਸਿਗਰਟ ਦਾ ਚੁਟਕੀ ਮਾਰ ਕੇ ਫੁੱਲ ਜਿਹਾ ਝਾੜਦਾ ਹੋਇਆ ਸੁਣਾਉਣ ਲੱਗਾ। ਮੈਂ ਅੱਜ ਤੁਰਿਆ ਜਾ ਰਿਹਾ ਸੀ ਤਾਂ ਦੇਖਿਆ ਸੱਚ ਟਹਿਲਦਾ ਦਿਸ ਪਿਆ। ਮੈਂ ਉਸ ਨੂੰ ਦੇਖ ਲਿਆ। ਮੈਨੂੰ ਉਸ ਦਿਨ ਦਾ ਚੇਤਾ ਆ ਗਿਆ। ਮੈਂ ਬਦਲਾ ਲੈਣ ਦੀ ਭਾਵਨਾ ਬਣਾਈ ਤਾਂ ਸੋਚਿਆ ਕਿ ਮੈਂ ਇਕੱਲਾ ਹਾਂ ਅਤੇ ਉਹ ਵੀ ਇਕੱਲਾ ਹੈ। ਖੂਬ ਮਜ਼ਾ ਆਏਗਾ। ਜਦ ਮੈਂ ਇਹ ਸੋਚ ਕੇ ਉਸ ਵਿੱਚ ਜ਼ੋਰ ਨਾਲ ਵੱਜਾ ਤਾਂ ਉਹ ਡਿੱਗ ਪਿਆ। ਮੈਂ ਡਰ ਗਿਆ ਕਿ ਉਹ ਮੇਰੇ ਨਾਲੋਂ ਤਕੜਾ ਹੈ, ਪਰ ਮੈਂ ਆਪਣੇ ਡਰ ਦਾ ਪਤਾ ਨਹੀਂ ਲੱਗਣ ਦਿੱਤਾ। ਮੈਂ ਉਸ ਨੂੰ ਡਾਂਟਿਆ ਕਿ ਇੱਥੋਂ ਨਿਕਲ ਜਾ। ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਈ, ਉਹ ਚੁੱਪ ਕਰਕੇ ਚਲਾ ਗਿਆ। ਮੈਂ ਬੜਾ ਖੁਸ਼ ਸੀ ਕਿ ਮੇਰੇ ਕੋਲੋਂ ਡਰ ਗਿਆ। ਨਿੰਮੂ ਝਾਣਾ ਜਿਹਾ ਮੂੰਹ ਕਰਕੇ ਝੂਠ ਬੋਲਿਆ ਕਿ ਘਟਨਾ ਹੀ ਹੋਰ ਹੋ ਗਈ। ਉਹ ਕੀ? ਕੂੜੇ ਨੇ ਕਿਹਾ। ਉਸ ਨੂੰ ਸ਼ਾਇਦ ਰਸਤੇ ਵਿੱਚ ਸਬਰ ਤੇ ਸੰਤੋਖ ਮਿਲ ਪਏ ਹੋਣਗੇ ਤਾਂ ਮੇਰਾ ਖਿਆਲ ਹੈ ਕਿ ਉਹਨਾਂ ਦੋਨਾਂ ਨੇ ਸਲਾਹ ਕੀਤੀ ਹੋਵੇਗੀ। ਤਾਂ ਉਹ ਕੀ? ਉਤਾਵਲੇ ਹੋ ਕੇ ਕੂੜਾ ਪੁੱਛਦਾ। ਉਹ ਇਹ ਹੁਣ ਮੇਰੇ ਕੋਲ ਚੌਂਕੀਦਾਰ ਆਇਆ ਸੀ। ਝੂਠ ਆਪਣਾ ਦੁੱਖ ਦੱਸਣ ਲੱਗਾ। ਉਹ ਕੀ ਕਹਿੰਦਾ ਸੀ? ਸਾਰੇ ਇੱਕ ਜ਼ੁਬਾਨ 'ਚ ਬੋਲੇ। ਉਹ ਕਹਿੰਦਾ ਸੀ ਤੈਨੂੰ ਪਰਸੋਂ ਸਰਪੰਚ ਨੇ ਬੁਲਾਇਆ। ਮੇਰੇ ਪੁੱਛਣ 'ਤੇ ਉਸਨੇ ਦੱਸਿਆ ਕਿ ਤੇਰੇ ਵਿਰੁੱਧ ਸੱਚ ਨੇ ਮਾਨਹਾਨੀ ਦੀ ਦਰਖਾਸਤ ਦਿੱਤੀ ਹੈ ਕਿ ਮੇਰੇ ਨਾਲ ਨਜਾਇਜ਼ ਝਗੜਾ ਕੀਤਾ, ਮੇਰੇ ਵਿੱਚ ਵੱਜ ਕੇ ਮੈਨੂੰ ਸੁੱਟਿਆ, ਡਾਂਟਿਆ ਅਤੇ ਧਮਕੀਆਂ ਦਿੱਤੀਆਂ। ਹੈਂ? ਉਸ ਦੀ ਇਹ ਮਜਾਲ? ਸਾਰੇ ਇੱਕ ਜ਼ੁਬਾਨ 'ਚ ਬੋਲੇ। ਅਤੇ ਚੌਂਕੀਦਾਰ ਨੂੰ ਤੂੰ ਪੁੱਛਿਆ ਨਹੀਂ ਵੈ ਕੀ ਮਾਮਲਾ ਹੈ? ਕੂੜਾ ਬੋਲਿਆ। ਝੂਠ, ਮੈਂ ਪੁੱਛਿਆ ਸੀ। ਕੀ ਦੱਸਿਆ ਉਹਨੇ? ਕੂੜੇ ਨੇ ਪੁੱਛਿਆ ਅਤੇ ਨਾਲ ਬੋਝੇ 'ਚੋਂ ਡੱਬੀ ਜਿਹੀ ਕੱਢੀ ਅਤੇ ਲਾਲਚ ਨੂੰ ਫੜਾਈ। ਲਾਲਚ ਨੇ ਡੱਬੀ 'ਚੋਂ ਜਰਦਾ ਅਤੇ ਕਲੀ ਕੱਢ ਕੇ ਤਲੀ 'ਤੇ ਰੱਖ ਕੇ ਅੰਗੂਠੇ ਨਾਲ ਹੌਲੀ ਹੌਲੀ ਦਾਬ ਦੇਣੀ ਸ਼ੁਰੂ ਕੀਤੀ। ਝੂਠ, ਉਹ ਕਹਿੰਦਾ ਸੀ ਸਰਪੰਚ ਨੇ ਉਸ ਨਾਲ ਪੂਰੀ ਹਮਦਰਦੀ ਜਤਾਈ ਆ। ਕਹਿੰਦਾ ਸੀ ਆਪਣੀ ਮੈਜੋਰਟੀ ਦੇ ਬੰਦੇ ਲੈ ਕੇ ਸਮੇਂ ਸਿਰ ਪਹੁੰਚ ਜਾਵੀਂ, ਮੈਂ ਤੇਰੀ ਪੂਰੀ ਮਦਦ ਕਰੂੰਗਾ। ਝੂਠ ਨੇ ਦੱਸਿਆ। ਹੁਣ ਕੀ ਕੀਤਾ ਜਾਵੇ? ਕੂੜੇ ਨੇ ਬੁੱਲ ਜਿਹਾ ਖੋਲ੍ਹ ਕੇ ਮਲਿਆ ਹੋਇਆ ਜਰਦਾ ਰੱਖਦਿਆਂ ਕਿਹਾ। ਝੂਠ, ਜਰਦਾ ਰੱਖਿਆ ਹੋਇਆ, ਮੈਂ ਇਸੇ ਕਰਕੇ ਤੁਹਾਨੂੰ ਸੱਦਿਆ। ਝੂਠ, ਜਰਦਾ ਰੱਖਦਾ ਹੋਇਆ, ਮੈਂ ਇਸੇ ਕਰਕੇ ਤੁਹਾਨੂੰ ਸੱਦਿਆ। ਹੁਣ ਜਿਵੇਂ ਸਲਾਹ ਹੈ ਕਰੋ। ਅੱਜ ਮੇਰੇ ਨਾਲ, ਕੱਲ੍ਹ ਨੂੰ ਤੁਹਾਡੇ ਨਾਲ ਹੋਈ ਖੜੀ। ਜੋ ਵੀ ਕਰਨਾ ਸਾਰੇ ਸਲਾਹ ਕਰ ਲਈਏ। ਝੂਠ ਸਾਰਾ ਕੁਝ ਇੱਕੋ ਸਾਹੇ ਕਹਿ ਗਿਆ ਅਤੇ ਉਹਨਾਂ ਦੇ ਮੂੰਹ ਵੱਲ ਦੇਖਣ ਲੱਗਾ। ਕੂੜਾ ਥੋੜ੍ਹਾ ਜਿਹਾ ਗੰਭੀਰ ਹੋ ਕੇ ਸੋਚਣ ਲੱਗਾ। ਸੋਚ ਕੇ ਯਾਰ ਕਿਉਂ ਨਾ ਕੱਲ੍ਹ ਨੂੰ ਪਾਰਟੀ ਕੀਤੀ ਜਾਵੇ ਅਤੇ ਸਭ ਨੂੰ ਸੱਦਿਆ ਜਾਵੇ। ਜਿਸ ਸਰਪੰਚ ਨੇ ਬੁਲਾਇਆ ਉਸ ਨੂੰ ਮੁੱਖ ਮਹਿਮਾਨ ਬਣਾਇਆ ਜਾਵੇ। ਫਿਰ ਤਾਂ ਸਾਰੇ ਆਪਣਾ ਪੱਖ ਪੂਰਨਗੇ ਹੀ। ਠੀਕ ਹੈ, ਸਭ ਨੇ ਇੱਕ ਜ਼ੁਬਾਨ 'ਚ ਕਿਹਾ। ਪਾਰਟੀ ਦੀ ਪੱਕੀ ਪਕਾ ਕੇ ਸਭ ਨੇ ਓਕੇ ਕਿਹਾ ਅਤੇ ਨਾਲੇ ਕਿਹਾ ਖਾਈਏ
ਪੀਏ ਤੇ ਮਾਰੀਏ ਗੱਪ-ਸ਼ੱਪ। ਦੇਖਿਆ ਜਾਵੇਗਾ ਜੋ ਹੋਵੇਗਾ। ਖਾਣ ਪੀਣ ਸ਼ੁਰੂ ਹੋ ਗਿਆ। ਪਤਾ ਨਹੀਂ ਕਿੰਨੀਆਂ ਬੋਤਲਾਂ ਦੇ ਡੱਟ ਖੁੱਲ੍ਹੇ, ਪਤਾ ਨਹੀਂ ਕਿੰਨੀਆਂ ਮੁਰਗਿਆਂ ਦੀਆਂ ਜਾਨਾਂ ਗਈਆਂ, ਪਤਾ ਨਹੀਂ ਕਿੰਨੀਆਂ ਗਰੀਬਣੀਆਂ ਦੀ ਪੱਤ ਲੁੱਟੀ ਗਈ, ਪਤਾ ਨਹੀਂ ਕਦੋਂ ਮਹਿਫਲ ਬੰਦ ਹੋਈ, ਪਤਾ ਨਹੀਂ ਕਦੋਂ ਵਿਦਾਇਗੀ ਹੋਈ। ਅੱਖ ਉਦੋਂ ਖੁੱਲ੍ਹੀ ਜਦੋਂ ਝੂਠ ਦੇ ਘਰ ਵਾਲੀ ਪਲਾਲਣ ਨੇ ਆਖਿਆ, ਹੁਣ ਤਾਂ ਉੱਠ ਜਾਓ, ਹੁਣ ਤਾਂ ਬੱਚਿਆਂ ਨੂੰ ਸਕੂਲੇ ਗਿਆ ਵੀ 3 ਘੰਟੇ ਹੋ ਗਏ। ਝੂਠ ਦੇ ਘਰ ਵਾਲੀ ਪਲਾਲਣ ਨੇ ਆਖਿਆ, ਹੁਣ ਤੇ ਉੱਠ ਜਾਓ। ਅੱਖਾਂ ਮਲੀਆਂ ਉੱਠਿਆ ਅਕੜੇਵੇਂ ਲੈ। ਘਰ ਵਾਲੀ ਨੇ ਪੁੱਛਿਆ, ਰਾਤ ਕੀ ਸਲਾਹ ਹੋਈ? ਝੂਠ ਠੀਕ ਹੋ ਕੇ ਬੈਠਦਾ ਹੋਇਆ, ਅੱਜ ਪਾਰਟੀ ਕੀਤੀ ਜਾਵੇਗੀ, ਸਭ ਠੀਕ ਹੋ ਜਾਵੇਗਾ, ਤੂੰ ਫਿਕਰ ਨਾ ਕਰ। ਤੈਨੂੰ ਕੀ ਫਿਕਰ ਆ ਮੇਰੇ ਹੁੰਦਿਆਂ? ਕਰੀਬ ਦਿਨ ਦੇ 2 ਵਜੇ ਮਿਥੀ ਸਕੀਮ ਅਨੁਸਾਰ ਮਹਿਫਲ ਲੱਗੀ। ਪਾਰਟੀ ਵਾਲੇ ਸਲਾਹ ਮਸ਼ਵਰੇ ਚੱਲੇ ਕਿ ਪਾਰਟੀ ਵਿੱਚ ਕਿਸ ਕਿਸ ਨੂੰ ਬੁਲਾਇਆ ਜਾਵੇ, ਕੀ ਤਿਆਰ ਕੀਤਾ ਜਾਵੇ। ਮਤਾ ਪਾਸ ਹੋਇਆ ਕਿ ਸਭ ਨੂੰ ਬੁਲਾਇਆ ਜਾਵੇ, ਖਾਸ ਕਰਕੇ ਜਵਾਨ ਮੁੰਡੇ ਕੁੜੀਆਂ ਬੁਲਾਏ ਜਾਣ। ਪੰਚਾਇਤ ਮੈਂਬਰਾਂ ਸਮੇਤ ਸਰਪੰਚ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸਨਮਾਨਿਤ ਕੀਤਾ ਜਾਵੇ ਤੇ ਪਾਰਟੀ ਦਾ ਉਦਘਾਟਨ ਵੀ ਉਸ ਤੋਂ ਕਰਾਇਆ ਜਾਵੇ। ਪਿੰਡ ਦੇ ਪਤਵੰਤੇ ਵੀ ਸੱਦੇ ਜਾਣ ਤੇ ਸਭ ਨੂੰ ਸਰੋਪੇ ਭੇਟ ਕੀਤੇ ਜਾਣ। ਮਸ਼ਵਰਾ ਸੱਦੇ ਭੇਜਣ ਦਾ ਪਾਸ ਹੋਇਆ। ਅਚਾਨਕ ਕਿਸੇ ਨੇ ਕਿਹਾ ਕਿ ਜੇ ਕੋਈ ਪੁੱਛੇ ਕਿ ਪਾਰਟੀ ਕਾਹਦੀ ਹੈ ਤਾਂ ਕੀ ਕਹਾਂਗੇ? ਇਹ ਸੁਣ ਕੇ ਸਾਰੇ ਗੰਭੀਰ ਹੋ ਗਏ। ਸੋਚ ਕੇ ਕੂੜਾ ਬੋਲਿਆ, ਮੇਰੇ ਦਿਮਾਗ ਵਿੱਚ ਗੱਲ ਆਈ ਤਾਂ ਸਾਰੇ ਉਸਦੇ ਮੂੰਹ ਵੱਲ ਦੇਖਣ ਲੱਗੇ। ਸਾਰਿਆਂ ਨੂੰ ਸੰਬੋਧਿਤ ਹੋ ਕੇ ਕੂੜਾ ਕਹਿਣ ਲੱਗਾ ਕਿ ਆਪਾਂ ਕਹਾਂਗੇ ਬਈ ਅਮਰੀਕਾ ਵਿੱਚ ਕੂੜਾ ਮੱਲ ਦੇ ਦੋਸਤ ਦੇ 2 ਕੁੜੀਆਂ ਤੋਂ ਮੁੰਡਾ ਹੋਇਆ ਤੇ ਉਸ ਦੀ ਪਾਰਟੀ ਹੈ। ਠੀਕ ਹੈ, ਸਾਰੇ ਇੱਕ ਜ਼ੁਬਾਨ 'ਚ ਬੋਲੇ। ਸੱਦੇ ਦੇਣ ਵਾਸਤੇ ਤੁਰਨ ਹੀ ਲੱਗੇ ਸੀ ਕਿ ਕਿਸੇ ਨੇ ਇੱਕ ਹੋਰ ਸਵਾਲ ਕਰ ਦਿੱਤਾ ਕਿ ਆਪਾਂ ਤਾਂ ਪਾਰਟੀ ਕਰਕੇ ਬੰਦੇ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਸੱਚ ਨੇ ਵੀ ਪਾਰਟੀ ਕਰਕੇ ਬੰਦੇ ਖਰੀਦਣ ਦੀ ਕੋਸ਼ਿਸ਼ ਕੀਤੀ। ਫਿਰ ਗੰਭੀਰ ਹੋ ਕੇ ਨੀਵੀਂ ਪਾ ਕੇ ਸਭ ਸੋਚਣ ਲੱਗੇ। ਝੂਠ ਨੇ ਕਿਹਾ, ਮੈਂ ਸੱਚ ਨੂੰ ਜਾਣਦਾ ਹਾਂ, ਚੰਗੀ ਤਰ੍ਹਾਂ ਉਸ ਨੂੰ ਜਾਣਦਾ ਤੇ ਉਸ ਦੇ ਸੁਭਾਅ ਨੂੰ ਵੀ ਜਾਣਦਾ ਹਾਂ। ਉਹ ਕਦੇ ਵੀ ਨਹੀਂ ਪਾਰਟੀ ਕਰੇਗਾ, ਕਦੇ ਹੋ ਹੀ ਨਹੀਂ ਸਕਦਾ ਕਿ ਉਹ ਪਾਰਟੀ ਕਰੇ। ਕਿਉਂ? ਸਾਰਿਆਂ ਨੇ ਇੱਕ ਜ਼ੁਬਾਨ 'ਚ ਕਿਹਾ। ਝੂਠ ਨੇ ਕਿਹਾ ਕਿ ਸੱਚ ਕਹਿੰਦਾ ਹੈ ਕਿ ਮੈਂ ਸੱਚਾ ਹਾਂ। 100 ਨਹੀਂ, 500 ਨਹੀਂ, ਮੈਂ 1000% ਸੱਚਾ ਹਾਂ ਤੇ ਮੈਨੂੰ ਕੀ ਲੋੜ ਆ ਪਰੀਆਂ ਪਾਰਟੀਆਂ ਦੀ। ਫਿਰ ਸੱਚ ਕਹਿੰਦਾ ਹੈ ਕਿ ਮੈਂ ਸਾਬਣ ਦਾ ਕੰਮ ਵੀ ਦਿੰਦਾ ਹਾਂ। ਜਦੋਂ ਕੋਈ ਵਾਰ-ਵਾਰ ਸੱਚ ਕਹਿੰਦਾ ਹੈ ਤਾਂ ਉਸ ਦੇ ਪਾਪ ਧੋਤੇ ਜਾਂਦੇ ਹਨ। ਝੂਠ ਇੰਜ ਕਹਿੰਦਾ ਤੈਸ਼ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਸੱਚ ਏਡਾ ਹੰਕਾਰੀ ਹੈ, ਕਹਿੰਦਾ ਜੇ ਕੋਈ ਮੈਨੂੰ ਸੱਚ ਨੂੰ ਫੜ ਲਵੇ, ਭਾਵ ਸਦਾ ਹੀ ਸੱਚ ਬੋਲੇ, ਤਾਂ ਉਹ ਸਿੱਧਾ ਬੈਕੁੰਠ ਧਾਮ ਨੂੰ ਜਾਂਦਾ। ਕਹਿੰਦਾ ਹੈ ਕਿ ਗੁਰੂ ਜੀ ਮੇਰੀ ਵਡਿਆਈ ਕਰਦੇ ਹੋਏ ਕਹਿੰਦੇ ਹਨ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਇੰਜ ਸੱਚ ਬਹੁਤ ਘਮੰਡੀ ਵੀ ਹੈ, ਝੂਠ ਦਾ ਕਹਿਣਾ ਸੀ। ਪਾਰਟੀ ਦੇ ਖਰਚੇ ਦੀ ਲਿਸਟ ਤਿਆਰ ਕਰਨ ਲੱਗੇ ਤਾਂ ਸਾਰੇ ਆਪਣੀਆਂ ਰਾਇਆਂ ਦੇਣ ਲੱਗੇ। ਮੁਰਗਾ ਚਿਕਨ, ਬੱਕਰਾ ਮੀਟ, ਮੱਛੀ ਤਲੀ, ਅੰਗਰੇਜ਼ੀ ਡਰਿੰਕ, ਬਰਾਂਡੀ, ਵਿਸਕੀ, ਰੂੜੀ ਮਾਰਕਾ, ਕਾਜੂ ਪਨੀਰ, ਮਟਰ ਪਨੀਰ, ਕੋਫਤੇ, ਮਿਸ਼ਰਤ ਸਬਜ਼ੀ, ਗਜਰੇਲਾ, ਲੇਬਰ ਆਦਿ, ਟੈਂਟ, ਮੈਟ ਆਦਿ ਦੀ ਲਿਸਟ ਹਜ਼ਾਰਾਂ ਨੂੰ ਛੱਡ ਕੇ ਲੱਖਾਂ 'ਚ ਚਲੀ ਗਈ। ਹੁਣ ਸਵਾਲ ਉੱਠਿਆ ਪੈਸੇ ਦਾ। ਹੈ ਇੰਨਾ ਖਰਚਾ? ਸਾਰੇ ਹੱਕੇ ਬੱਕੇ ਹੋ ਕੇ ਇੱਕ ਜ਼ੁਬਾਨ 'ਚ ਬੋਲੇ।
ਇਸ ਇੰਨੇ ਖਰਚੇ ਨਾਲੋਂ ਤਾਂ ਮਾਫ਼ੀ ਮੰਗਣ 'ਚ ਫਾਇਦਾ ਸੀ। ਕਿਸੇ ਨੇ ਵਿੱਚੋਂ ਹੀ ਦੱਬਵੀਂ ਜ਼ੁਬਾਨ 'ਚ ਕਿਹਾ। ਬਸ ਫਿਰ ਕੀ ਸੀ, ਉਸ ਨੂੰ ਟੁੱਟ ਕੇ ਪੈ ਗਿਆ। ਕਿਉਂ ਅਸੀਂ ਮਿੰਨਤਾਂ ਕਰੀਏ, ਕਿਉਂ ਅਸੀਂ ਮਾਫ਼ੀ ਮੰਗੀਏ? ਉਹ ਬਹੁਤ ਨਾਡੂ ਖਾਂ ਹੈ, ਉਸ ਤੋਂ ਮਾਫ਼ੀ ਮੰਗੀਏ। ਇੰਝ ਕਹਿ ਕੇ ਸਾਰਿਆਂ ਨੇ ਅੱਖਾਂ ਕੱਢੀਆਂ ਅਤੇ ਧੱਕੇ ਮਾਰਨ ਤਾਈਂ ਗਏ ਉਸ ਵਿਚਾਰੇ ਨੂੰ। ਉਸ ਵਿਚਾਰੇ ਨੂੰ ਇੱਕ ਨੇ ਕਿਹਾ, ਇੰਝ ਉਸ ਆਖ ਦਿੱਤਾ ਤਾਂ ਕੀ ਹੋ ਗਿਆ, ਆਪਾਂ ਕਿਹੜਾ ਮਾਫ਼ੀ ਮੰਗਣ ਚੱਲੇ ਹਾਂ। ਉਸ ਸਰਸਰੀ ਜਿਹੀ ਕਿਹਾ, ਕੋਈ ਗੱਲ ਨਹੀਂ, ਆਪਣਾ ਹੀ ਬੰਦਾ ਹੈ। ਤਾਂ ਜਾ ਕੇ ਉਸ ਵਿਚਾਰੇ ਦਾ ਖਹਿੜਾ ਛੁੱਟਿਆ। ਗੁਰੂ ਜੀ ਕਹਿੰਦੇ, ਸੱਚ ਕਹੇ ਤਾਂ ਛੋਹ ਆਵੇ, ਅੰਤਰ ਬਹੁਤਾ ਰੋਹਾ। ਠੱਗੇ ਛੇਤੀ ਠੱਗ ਰਲ ਆਇਆ, ਸਾਥ ਵੇ ਇੱਕੋ ਜਿਹਾ। ਅਗਲੀ ਕਿਸ਼ਤ ਵਿੱਚ ਪਾਰਟੀ ਦੀ ਵਾਰਤਾ ਸੁਣਾਈ ਜਾਵੇਗੀ। ਇਹ ਇੱਥੇ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।